ਕਿੰਨੇ ਤਰ੍ਹਾਂ ਦੇ ਵਰਕ ਪਰਮਿਟ ਹੁੰਦੇ ਆ, ਜਿਹੜੇ ਤੁਸੀਂ ਦੱਸੋਗੇ ਉਹਦੇ ਨਾਲ ਨਾਲ ਉਹਦੇ ਬਾਰੇ ਵੀ ਦੱਸ ਦਿਓ ਕਿ ਉਹ ਕਿੰਨੇ ਚਿਰ ਵੈਲਿਡ ਹੁੰਦਾ, ਕੀ ਉਹਦੇ ਪ੍ਰੋਸੈਸ ਹੈਗੇ। 2 ਸਾਲ ਦਾ ਤੁਸੀਂ ਵਰਕ ਪਰਮਿਟ ਲੈ ਲਿਆ, ਫਿਰ ਉਸ ਤੋਂ ਹੀ ਐਕਸਟੈਂਡ ਕਰਾ ਸਕਦੇ ਆ, ਜਾਂ ਤੁਸੀਂ ਫੀਲਡ ਚੇਂਜ ਕਰਨਾ ਕਿਤੇ ਹੋਰ ਵੀ ਕਰਾ ਸਕਦੇ ਹੋ। ਹੁਣ ਜੇ ਲੋਕ ਬਾਹਰਲੀ ਕਿਸੇ ਕੰਟਰੀ ਚੋਂ ਇੱਥੇ ਆਉਣਾ ਚਾਹੀਦਾ ਹੈਗਾ, ਉਹਨਾਂ ਲਈ ਕੀ ਪ੍ਰੋਸੈਸ ਹੈਗਾ ਵਰਕ ਪਰਮਿਟ ਦਾ? ਜਿਹੜੇ ਸਟੂਡੈਂਟ ਆਉਂਦੇ ਆ ਉਹਨਾਂ ਨੂੰ ਵੀ ਵਰਕ ਪਰਮਿਟ ਮਿਲਦਾ, ਉਹਨਾਂ ਦਾ ਕਿੰਨਾ ਚਿਰ ਵੈਲਿਡ ਹੁੰਦਾ? ਜਿੰਨਾ ਚਿਰ ਉਹਨਾਂ ਦੀ ਸਟੱਡੀ ਵੈਲਿਡ ਹੈਗੀ। ਸਭ ਤੋਂ ਪਹਿਲਾਂ ਇੱਕ ਸਿੰਗਲ ਰੂਲ ਆਫ ਥੰਬ ਹੈ ਕਿ ਜਿੰਨੇ ਦੇਰ ਦੀ ਸਟੱਡੀ ਹੈ ਉਨੇ ਦੇਰ ਦਾ ਵਰਕ ਪਰਮਿਟ ਮਿਲ ਜਾਂਦਾ, ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਂ ਓਪਨ ਵਰਕ ਪਰਮਿਟ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਤੁਹਾਨੂੰ ਵੇ ਟੂ ਗੋ ਵਿੱਚ। ਜਦੋਂ ਅਸੀਂ ਗੱਲ ਕਰਦੇ ਹਾਂ ਵੇ ਟੂ ਗੋ, ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਅਸੀਂ ਤੁਹਾਡੇ ਤੱਕ ਆਉਂਦੇ ਹਾਂ, ਤੇ ਇਸ ਇਨਫੋਰਮੇਸ਼ਨ ਦਾ ਫਾਇਦਾ ਤੁਸੀਂ ਕਿਵੇਂ ਚੱਕਣਾ ਇਹ ਤੁਹਾਡੇ ਹੱਥਾਂ ਦੇ ਵਿੱਚ ਆ। ਹਮੇਸ਼ਾ ਹੀ ਕੋਈ ਨਾ ਕੋਈ ਅਪਡੇਟ ਲੈ ਕੇ ਤੁਹਾਡੇ ਲਈ ਆਉਂਦੇ ਰਹਿੰਦੇ ਆ, ਕਿਉਂਕਿ ਕਹਿੰਦੇ ਆਏ ਦਿਨ ਕੁਛ ਨਾ ਕੁਛ ਚੇਂਜਸ ਹੁੰਦੀਆਂ ਰਹਿੰਦੀਆਂ, ਤੇ ਹਰ ਕੋਈ ਚਾਹੁੰਦਾ ਹੈਗਾ ਆਪਣੀ ਜ਼ਿੰਦਗੀ ਨੂੰ ਵਧੀਆ ਮੁਲਕਾਂ ਦੇ ਵਿੱਚ ਕਿਵੇਂ ਸਥਾਪਿਤ ਕਰਨਾ ਹੈਗਾ, ਕਿਵੇਂ ਉੱਥੇ ਜਾਣਾ ਤੇ ਉੱਥੇ ਦੇ ਕਿਹੜੇ ਕਾਨੂੰਨ ਕਾਇਦੇ ਹੈਗੇ ਆ। ਸੋ ਇਮੀਗ੍ਰੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਬਹੁਤ ਵੱਡਾ ਦਾਇਰਾ ਆ। ਇਹਦੇ ਵਿੱਚ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਫਾਈਲ ਲਾਉਣ ਤੋਂ ਪਹਿਲਾਂ, ਜਿਨ੍ਹਾਂ ਤੇ ਸਾਰੀਆਂ ਤੇ ਸਾਨੂੰ ਬੜਾ ਖਿਆਲ ਰੱਖਣਾ ਪੈਂਦਾ। ਕਿਤੇ ਮਾੜੀ ਜਿੰਨੀ ਵੀ ਗਲਤੀ ਹੋਈ, ਸਾਨੂੰ ਕਈ ਵਾਰੀ ਬਹੁਤ ਹੀ ਉਸ ਦਾ ਖਮਿਆਜਾ ਭੁਗਤਣਾ ਵੀ ਪੈਂਦਾ। ਸੋ ਸਾਡੇ ਨਾਲ ਅੱਜ ਚਰਨਜੀਤ ਸਿੰਘ ਖਾਲੜਾ ਆਏ ਨੇ, ਕੈਪਲੈਨੋ ਇਮੀਗ੍ਰੇਸ਼ਨ ਤੋਂ। ਪਹਿਲਾਂ ਵੀ ਆਏ ਨੇ ਤੇ ਬਹੁਤ ਸਾਰੀ ਇਨਫੋਰਮੇਸ਼ਨ ਦੇ ਕੇ ਗਏ ਨੇ, ਪਰ ਅੱਜ ਖਾਸ ਜਿਹੜੀ ਇਨਫੋਰਮੇਸ਼ਨ ਆ ਉਹ ਅਸੀਂ ਕਰਾਂਗੇ ਜੀ ਵਰਕ ਪਰਮਿਟ ਤੇ LMI ਤੇ ਗੱਲ ਕਰਾਂਗੇ, ਕਿਉਂਕਿ ਉਹਦੇ ਲਈ ਲੋਕਾਂ ਦੇ ਜ਼ਿਆਦਾ ਸਾਨੂੰ ਸਵਾਲ ਆਉਂਦੇ ਹੈਗੇ ਆ ਹਮੇਸ਼ਾ ਹੀ ਕਿ ਅਸੀਂ ਇਹ ਕਿਵੇਂ ਲੈ ਸਕਦੇ ਹਾਂ, ਕੀ ਹੋਣਾ ਚਾਹੀਦਾ। ਸੋ ਅਸੀਂ ਇਹ ਆਪਣਾ ਫਰਜ਼ ਸਮਝਦੇ ਹਾਂ ਕਿ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਸੁਲਝੇ ਹੋਏ ਤੇ ਪੜ੍ਹੇ ਲਿਖੇ ਉਹਨਾਂ ਲੋਕਾਂ ਨੂੰ ਲੈ ਕੇ ਆਈਏ ਜਿਨ੍ਹਾਂ ਕੋਲ ਤਜਰਬਾ ਹੈ, ਜਿਨ੍ਹਾਂ ਨੇ ਇਹਦੇ ਕੋਰਸਿਸ ਕੀਤੇ ਆ, ਤਾਂ ਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ। ਸੋ ਚਰਨਜੀਤ ਸਿੰਘ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਬਾਕੀ ਦੀ ਇਨਫੋਰਮੇਸ਼ਨ ਅਸੀਂ ਇਹਨਾਂ ਤੋਂ ਹੀ ਲਵਾਂਗੇ। ਸੋ ਚਰਨਜੀਤ ਜੀ, ਜੀ ਆਇਆਂ ਨੂੰ ਜੀ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫॉर योर टाइम ਕਿ ਤੁਸੀਂ ਅੱਜ ਆਏ ਹੋ। ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਤੇ ਇਮੀਗ੍ਰੇਸ਼ਨ ਜਿਹੜੀ ਆ ਇਹ ਬਹੁਤ ਹੀ ਵੱਡਾ ਤੇ ਵਿਸ਼ਾਲ ਦਾਇਰਾ ਇਹਦਾ। ਕੋਈ ਵੀ ਫਾਈਲ ਲਾਉਣੀ ਹੋਵੇ ਇਹਦੇ ਵਿੱਚ ਬਹੁਤ ਬਾਰੀਕੀਆਂ ਤੇ ਕੰਮ ਕਰਨਾ ਪੈਂਦਾ, ਹਰ ਇੱਕ ਗੱਲ ਸੱਚੀ ਹੀ ਲਾਉਣੀ ਪੈਂਦੀ ਹੈ। ਕਈ ਵਾਰੀ ਤੁਹਾਡੀ ਇੱਕ ਨਿੱਕੀ ਜਿਹੀ ਗਲਤੀ ਤੁਹਾਨੂੰ ਕਿਤੇ ਦੀ ਕਿਤੇ ਲੈ ਕੇ ਚੱਲ ਜਾਂਦੀ ਹੈ। ਸੋ ਅੱਜ ਅਸੀਂ 2 ਗੱਲਾਂ ਕਰਨੀਆਂ ਹੈਗੀਆਂ। ਸ਼ੁਰੂ ਕਰਾਂਗੇ ਅਸੀਂ ਵਰਕ ਪਰਮਿਟ ਤੋਂ, ਤੇ ਉਸ ਤੋਂ ਬਾਅਦ LMI ਤੇ ਅਸੀਂ ਆਵਾਂਗੇ। ਪਰ ਪਹਿਲਾਂ ਤੁਸੀਂ ਸਾਨੂੰ ਵਰਕ ਪਰਮਿਟ ਬਾਰੇ ਦੱਸੋ, ਕਿੰਨੇ ਤਰ੍ਹਾਂ ਦੇ ਵਰਕ ਪਰਮਿਟ ਹੁੰਦੇ ਆ, ਤੇ ਜਿਹੜੇ ਤੁਸੀਂ ਦੱਸੋਗੇ ਉਹਦੇ ਨਾਲ ਨਾਲ ਉਹਦੇ ਬਾਰੇ ਵੀ ਦੱਸ ਦਿਓ ਕਿ ਉਹ ਕਿੰਨੇ ਚਿਰ ਵੈਲਿਡ ਹੁੰਦਾ, ਕੀ ਉਹਦੇ ਪ੍ਰੋਸੈਸ ਹੈਗੇ ਆ। ਵਰਕ ਪਰਮਿਟ ਦਾ ਮਤਲਬ ਹੈ ਕਿ ਕਿਸੇ ਨੂੰ ਆਥੋਰਾਈਜੇਸ਼ਨ ਟੂ ਵਰਕ ਇਨ ਕੈਨੇਡਾ ਹੈਗੀ। ਵਿਦਆਊਟ ਆਥੋਰਾਈਜੇਸ਼ਨ ਟੂ ਵਰਕ ਉਹ ਕੰਮ ਨਹੀਂ ਕਰ ਸਕਦਾ, ਤੇ ਇਸ ਕਰਕੇ ਵਰਕ ਪਰਮਿਟ ਦੀ ਰਿਕੁਆਇਰਮੈਂਟ ਹੈ। ਵਰਕ ਪਰਮਿਟ ਬ੍ਰੌਡਲੀ 2 ਤਰ੍ਹਾਂ ਦੇ ਹੁੰਦੇ ਜੀ, ਇੱਕ ਓਪਨ ਵਰਕ ਪਰਮਿਟ ਤੇ ਕਲੋਜ਼ਡ ਵਰਕ ਪਰਮਿਟ। ਓਪਨ ਵਰਕ ਪਰਮਿਟ ਦਾ ਮਤਲਬ ਹੈ ਕਿ ਉਹ ਕਿਸੇ ਵੀ ਚੀਜ਼ ਵਿੱਚ ਕੰਮ ਕਰ ਸਕਦਾ, ਜਿਹੜਾ ਵੀ ਕੈਂਡੀਡੇਟ ਹੈ ਉਹ ਕਿਸੇ ਵੀ ਫੀਲਡ 'ਚ ਉਹਨਾਂ ਵੱਲੋਂ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਓਪਨ ਵਰਕ ਪਰਮਿਟ ਲਿਮਿਟਿਡ ਸਿਚੁਏਸ਼ਨਸ ਦੇ ਵਿੱਚ ਮਿਲਦਾ, ਜਿਵੇਂ ਕਿਸੇ ਨੇ ਸਟੂਡੈਂਟ ਨੇ ਆਪਣੀ ਪੂਰੀ ਇੱਥੇ ਐਜੂਕੇਸ਼ਨ ਪੂਰੀ ਕਰ ਲਈ ਹੈ, ਅਤੇ ਉਸ ਤੋਂ ਬਾਅਦ ਜਿੰਨੀ ਦੇਰ ਦੀ ਐਜੂਕੇਸ਼ਨ ਹੁੰਦੀ ਹੈ, ਸੇ ਉਹਨੇ 1 ਸਾਲ ਦੀ ਐਜੂਕੇਸ਼ਨ ਕੀਤੀ ਤਾਂ ਉਹਨੂੰ 1 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ। ਜੇ ਉਹਨੇ 2 ਸਾਲ ਦੀ ਕੀਤੀ ਫਿਰ ਉਹਨੂੰ 3 ਇਅਰਸ ਦਾ ਵਰਕ ਪਰਮਿਟ ਮਿਲ ਜਾਂਦਾ। ਉਸ 3 ਇਅਰਸ ਦੇ ਵਿੱਚ ਉਹ ਕੁਛ ਵੀ ਕੰਮ ਕਰ ਸਕਦਾ। ਸੋ ਜਾਣੀ ਕੋਈ ਗਾਈਡਲਾਈਨਸ ਹੀ ਹੁੰਦੀਆਂ, ਜੇ ਉਹਨਾਂ ਨੇ ਸਟੱਡੀ ਇੱਥੇ ਫਿਨਿਸ਼ ਕੀਤੀ ਹੈ ਸੋ ਓਪਨ ਵਰਕ ਪਰਮਿਟ ਉਹਨਾਂ ਨੂੰ ਓਪਨ ਮਿਲ ਜਾਣਾ ਕਿ ਉਹ ਕਿਸੇ ਵੀ ਕੰਮ ਕੋਈ ਵੀ ਕੰਮ ਕਰ ਸਕਦੇ। ਤੇ ਜਿਹੜਾ ਕਲੋਜ਼ ਵਰਕ ਪਰਮਿਟ ਹੈਗਾ ਆ, ਓਪਨ ਵਰਕ ਪਰਮਿਟ ਜੇ ਹੋਰ ਵੀ ਕੈਟਾਗਰੀਜ਼ ਦੇ ਵਿੱਚ ਹੁੰਦਾ ਹੈ। ਜੇ ਕੋਈ ਇੱਥੇ ਕੰਮ ਕਰ ਰਿਹਾ ਤਾਂ ਉਹਦੇ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ। ਜੇ ਉਹਦੀ ਜਿਹੜੀ ਜੋਬ ਹੈ ਐਟਲੀਸਟ ਸੁਪਰਵਾਈਜ਼ਰ ਲੈਵਲ ਤੋਂ ਉੱਪਰ ਹੈ, ਨੌਕ O A ਤੇ B ਦੀ ਜੋਬ ਹੋਵੇ, ਤਾਂ ਉਹਦੇ ਸਪਾਊਸ ਨੂੰ ਵੀ ਓਪਨ ਵਰਕ ਪਰਮਿਟ ਮਿਲ ਜਾਂਦਾ, ਉਹ ਆਪ ਭਾਵੇਂ ਕਲੋਜ਼ ਵਰਕ ਪਰਮਿਟ 'ਤੇ ਹੋਵੇ। ਸੋ ਜਿਹੜਾ ਇਹ ਨੌਕ O A ਤੇ B ਆ, ਇਹ ਸਿਰਫ ਸੁਪਰਵਾਈਜ਼ਰ ਤੋਂ ਉੱਪਰ ਦੀਆਂ ਜਿਹੜੀਆਂ ਪੋਸਟਾਂ ਆ ਉਹ ਹੋਵੇ ਓਪਨ ਵਰਕ ਪਰਮਿਟ, ਤੇ ਫਿਰ ਉਹਨਾਂ ਦੇ ਜਿਹੜੇ ਪਿੱਛੇ ਉਹਨਾਂ ਦੀ ਪਤਨੀ ਆ, ਸਪਾਊਸ ਆ ਉਹਨਾਂ ਨੂੰ ਫਿਰ ਓਪਨ ਵਰਕ ਪਰਮਿਟ ਮਿਲ ਜਾਂਦਾ ਹੈਗਾ। ਠੀਕ ਹੈ ਜੀ। ਜਿਹੜੀ ਨੌਕ C ਤੇ D ਦੇ ਸਪਾਊਸ ਨੂੰ ਨਹੀਂ ਮਿਲਦਾ, ਉਹਨਾਂ ਨੂੰ ਸਿਰਫ ਉਹ ਆ ਸਕਦੇ ਆ ਪਰ ਐਜ਼ ਵਿਜ਼ਟਰ ਸਟੇਟਸ ਰਹਿ ਸਕਦੇ, ਉਹ ਕੰਮ ਨਹੀਂ ਕਰ ਸਕਦੇ ਜੀ। ਉਸ ਤੋਂ ਇਲਾਵਾ ਓਪਨ ਵਰਕ ਪਰਮਿਟ ਕਈ ਕੁਛ ਹੋਰ ਕੈਟਾਗਰੀਜ਼ ਆ, ਜਿਵੇਂ ਰਿਫਿਊਜੀ ਕਲੇਮੈਂਟਸ, ਉਹਨਾਂ ਨੂੰ ਵੀ ਓਪਨ ਵਰਕ ਪਰਮਿਟ ਮਿਲ ਜਾਂਦਾ। ਅਤੇ ਓਪਨ ਵਰਕ ਪਰਮਿਟ ਦੇ ਥੋੜ੍ਹੇ ਲਿਮਿਟਿਡ ਕੈਟਾਗਰੀਜ਼ ਹੈਗੀਆਂ।
ਪਰ ਜਿਹੜਾ ਕਲੋਜ਼ ਵਰਕ ਪਰਮਿਟ ਹੈ ਉਹ ਹੈਗਾ ਕਿ ਉਹਦਾ ਮਤਲਬ ਹੈ ਕਿ ਤੁਸੀਂ ਇੱਕ ਜਾਂ ਤਾਂ ਇੱਕ EMPLOYER ਨਾਲ ਕੰਮ ਕਰ ਸਕਦੇ ਹੋ, ਮਤਲਬ ਇੱਕੋ ਬਿਜ਼ਨਸ ਦੇ ਵਿੱਚ ਕੰਮ ਕਰ ਸਕਦੇ ਹੋ, ਜਾਂ ਫਿਰ ਤੁਸੀਂ ਇੱਕ ਆਕੂਪੇਸ਼ਨ ਰਿਸਟ੍ਰਿਕਟਡ ਕਲੋਜ਼ ਵਰਕ ਪਰਮਿਟ ਹੁੰਦਾ ਕਿ ਤੁਸੀਂ ਇੱਕੋ ਆਕੂਪੇਸ਼ਨ 'ਚ ਕੰਮ ਕਰ ਸਕਦੇ ਹੋ, ਮਤਲਬ ਤੁਸੀਂ ਉਸ ਤੋਂ ਬਾਹਰ ਕੰਮ ਨਹੀਂ ਕਰ ਸਕਦੇ ਕਲੋਜ਼ ਵਰਕ ਪਰਮਿਟ ਦੇ ਵਿੱਚ। ਸੋ ਇਹ ਜਿਹੜਾ ਕਲੋਜ਼ ਵਰਕ ਪਰਮਿਟ ਆ, ਇਹ ਫਿਰ ਮੰਨ ਲਓ ਕਿ ਕਿਸੇ ਕੋਈ ਮੰਨ ਲਓ ਕੰਸਟਰਕਸ਼ਨ ਦੀ ਕੋਈ ਕੰਪਨੀ ਆ, ਉਹਨੇ ਕਿਸੇ ਨੂੰ ਇਹੋ ਪਰਮਿਟ ਦਿੱਤਾ ਹੈਗਾ ਹੈ ਵਰਕ ਪਰਮਿਟ, ਸੋ ਉਹ ਉਹਨਾਂ ਦੇ ਕੋਲ ਹੀ ਕੰਮ ਕਰ ਸਕਦਾ। ਸੋ ਉਹ ਕਿੰਨੇ ਚਿਰ ਦਾ ਹੁੰਦਾ ਇਹੋ ਵਰਕ ਪਰਮਿਟ ਆਮ ਵੈਸੇ? ਉਹ ਜਿੰਨੀ ਦੇਰ ਦਾ ਉਸ ਜਦੋਂ ਆਦਮੀ ਆਉਂਦਾ ਜਿੰਨੀ ਦੇਰ ਦਾ ਮਿਲਦਾ ਉਹਨੇ ਰਿਸਟ੍ਰਿਕਟਡ ਹੁੰਦਾ, ਯੂਜੂਅਲੀ 2 ਇਅਰਸ ਆਉਂਦਾ ਆਮ ਤੌਰ ਤੇ। ਸੋ ਫਿਰ ਉਹਨੂੰ ਜਦੋਂ ਜੇ ਤੁਸੀਂ ਸੇਮ ਹੀ ਪਲੇਸ ਤੇ ਕੰਮ ਕਰਦੇ ਹੈਗੇ ਆ, 2 ਸਾਲ ਦਾ ਤੁਸੀਂ ਵਰਕ ਪਰਮਿਟ ਲੈ ਲਿਆ, ਫਿਰ ਉਸ ਤੋਂ ਹੀ ਐਕਸਟੈਂਡ ਕਰਾ ਸਕਦੇ ਆ, ਜਾਂ ਤੁਸੀਂ ਫੀਲਡ ਚੇਂਜ ਕਰਨਾ ਕਿਤੇ ਹੋਰ ਵੀ ਕਰਾ ਸਕਦੇ ਆ? ਉੱਥੋਂ ਐਕਸਟੈਂਡ ਵੀ ਕਰਾ ਸਕਦੇ ਆ, ਦੂਸਰੀ ਜਗ੍ਹਾ ਵੀ ਜਾ ਸਕਦੇ ਆ, ਤੇ ਬਹੁਤ ਮੈਨੀ ਟਾਈਮ 2 ਸਾਲ ਤੋਂ ਬਾਅਦ PR ਵਾਸਤੇ ਐਲੀਜੀਬਲ ਵੀ ਹੋ ਜਾਂਦੇ, ਉਹ PR ਵਾਸਤੇ ਵੀ ਅਪਲਾਈ ਕਰ ਸਕਦੇ ਆ। ਜ਼ਿਆਦਾਤਰ ਲੋਕ ਤਾਂ ਹੀ ਵਰਕ ਪਰਮਿਟ ਲੈਂਦੇ ਕਿ ਤਾਂ ਕਿ PR ਦੀ ਐਪਲੀਕੇਸ਼ਨ ਲਗਾ। ਕਿੰਨੀਆਂ ਕੁ ਹਾਰਡ ਗਾਈਡਲਾਈਨਸ ਹੈਗੀਆਂ PR ਦੀ ਐਪਲੀਕੇਸ਼ਨ ਕਰਨ ਦੇ ਲਈ? ਉਹਦੀਆਂ ਰਿਕੁਆਇਰਮੈਂਟ ਸਾਰੀਆਂ ਪੂਰੀਆਂ ਕਰਨੀਆਂ ਪੈਂਦੀਆਂ। ਐਜੂਕੇਸ਼ਨ, ਵਰਕ ਜਿੱਥੇ ਉਹਨੇ ਜਿੰਨੀ ਦੇਰ ਕੰਮ ਕੀਤਾ ਉਹ ਉਹਦਾ ਐਡ ਅਪ ਹੋ ਜਾਊਗਾ, ਪਲੱਸ IELTS ਦੀ ਰਿਕੁਆਇਰਮੈਂਟ, ਉਹ ਪੂਰੀਆਂ ਕਰਨ ਤੋਂ ਬਾਅਦ ਹੀ PR ਦੀ ਐਪਲੀਕੇਸ਼ਨ ਕਰ ਸਕਦੇ। ਤੇ ਜਦੋਂ ਅਸੀਂ IELTS ਦੀ ਗੱਲ ਕਰਦੇ ਹੈਗੇ ਆ, ਬਹੁਤ ਸਾਰੇ ਲੋਕਾਂ ਤੋਂ ਇਹ ਕਰ ਨਹੀਂ ਹੁੰਦੀ। ਉਹ ਵਰਕ ਪਰਮਿਟ ਤਾਂ ਲੇਬਰ ਦਾ ਲੈ ਲੈਂਦੇ ਆ 2 ਸਾਲ ਦਾ, ਪਰ ਉਹਨਾਂ ਦੀ ਸਟੱਡੀ ਉਹ ਨਹੀਂ ਹੋਈ ਹੁੰਦੀ। ਕਈ ਨਹੀਂ ਪਿੱਛੋਂ ਪੜ੍ਹ ਕੇ ਆਏ ਹੁੰਦੇ, ਔਰ ਕਈਆਂ ਦੀ ਉਮਰ ਇਹੋ ਜਿਹੀ ਹੁੰਦੀ ਆ ਕਿ ਉਹਨਾਂ ਨੇ ਉਹ ਸਕੂਲਿੰਗ ਹੀ ਕੀਤੀ ਹੁੰਦੀ ਆ ਥੋੜੀ ਬਹੁਤੀ। ਸੋ ਉਹਨਾਂ ਦੇ ਲਈ ਫਿਰ ਲੇਬਰ ਤੋਂ ਬਾਅਦ IELTS ਤੇ ਕਰ ਨਹੀਂ ਸਕਦੇ, ਫਿਰ ਹੋਪ ਹੈ ਨਹੀਂ ਕਿ PR ਦੀ? IELTS ਦੇ ਵਿੱਚ ਇਹਦੇ ਸਿਰਫ CLB 5 ਚਾਹੀਦਾ ਹੁੰਦਾ ਹੈ, ਕਿ ਅਪਰੋਕਸੀਮੇਟ 4.5 ਬੈਂਡ IELTS ਦੇ ਵਿੱਚ। ਉਹ ਯੂਜੂਅਲੀ ਜਿਹੜਾ 2 ਸਾਲ ਇੱਥੇ ਰਹਿੰਦਾ, ਫਿਰ ਉਹਨੂੰ ਪ੍ਰੈਕਟਿਸ ਤਾਂ ਕਰਨੀ ਪੈਂਦੀ, ਉਸ ਤੋਂ ਬਿਨਾਂ PR ਨਹੀਂ ਲੈ ਸਕਦਾ। ਉਸ ਤੋਂ ਬਿਨਾਂ ਨਹੀਂ ਲੱਗ ਸਕਦੀ। ਤੇ ਹੁਣ ਜਦੋਂ ਓਪਨ ਵਰਕ ਪਰਮਿਟ ਦੀ ਤੁਸੀਂ ਗੱਲ ਕੀਤੀ ਹੈਗੀ ਆ, ਇਹਦੇ ਵਿੱਚ ਕਾਫੀ ਕੈਟਾਗਰੀਜ਼ ਤੁਸੀਂ ਦੱਸੀਆਂ ਹੈਗੀਆਂ ਆ ਕਿ ਇਹ 2 ਸਾਲ ਦਾ ਹੁੰਦਾ, ਇਹਦੇ ਵਿੱਚ ਹੀ PR ਵੀ ਪੈ ਜਾਂਦੀ ਆ ਜੇ ਤੁਸੀਂ ਉਹ ਰਿਕੁਆਇਰਮੈਂਟਸ ਜਿਹੜੀਆਂ ਮੰਗੀਆਂ ਪੂਰੀਆਂ ਕਰ ਸਕਦੇ ਆ। ਤੇ ਜਦੋਂ ਅਸੀਂ ਗੱਲ ਕਰਦੇ ਆ ਬਾਹਰੋਂ ਕਿਸੇ ਨੇ ਆਉਣਾ ਆ, ਹੁਣ ਇੱਥੇ ਜਿਹੜੇ ਲੋਕੀ ਵਿਜ਼ਿਟਰ ਆ ਜਾਂਦੇ ਆ ਇਹਨਾਂ ਮੁਲਕਾਂ ਦੇ ਵਿੱਚ ਘੁੰਮਣ ਫਿਰਨ ਆਏ, ਨਹੀਂ ਮੁੜਨ ਨੂੰ ਦਿਲ ਕੀਤਾ ਤੇ ਵਰਕ ਪਰਮਿਟ ਲੈ ਲਿਆ। ਹੁਣ ਜੇ ਲੋਕ ਬਾਹਰਲੀ ਕਿਸੇ ਕੰਟਰੀ 'ਚੋਂ ਇੱਥੇ ਆਉਣਾ ਚਾਹੀਦਾ ਹੈਗਾ, ਉਹਨਾਂ ਲਈ ਕੀ ਪ੍ਰੋਸੈਸ ਹੈਗਾ ਵਰਕ ਪਰਮਿਟ ਦਾ? ਆਊਟਸਾਈਡ ਕੈਨੇਡਾ ਵੀ ਆਦਮੀ ਵਰਕ ਪਰਮਿਟ ਅਪਲਾਈ ਕਰ ਸਕਦਾ। ਬਹੁਤ ਜ਼ਿਆਦਾ ਲੋਕ ਆਊਟਸਾਈਡ ਕੈਨੇਡਾ ਤੋਂ ਵਰਕ ਪਰਮਿਟ ਅਪਲਾਈ ਕਰਕੇ ਆਉਂਦੇ। ਸੇ ਜਿਵੇਂ ਕੋਈ ਇਲੈਕਟ੍ਰੀਸ਼ੀਅਨ ਹੈ ਉੱਥੇ, ਤਾਂ ਉਹ ਇਲੈਕਟ੍ਰੀਸ਼ੀਅਨ ਦੀ ਇੱਥੇ ਨੂੰ ਕੋਈ ਜੌਬ ਆਫਰ ਚਾਹੀਦੀ ਹੈ, ਪਰ ਉਹਨੂੰ ਉੱਥੇ ਜੌਬ ਮਿਲੇ ਤਾਂ ਉਹਦੇ ਬੇਸ ਤੇ ਵਰਕ ਪਰਮਿਟ ਅਪਲਾਈ ਕਰ ਸਕਦਾ। ਸੋ ਜੇ ਇੱਥੇ ਕੈਨੇਡਾ ਦੇ ਵਿੱਚ ਕਿਸੇ ਕੰਪਨੀ ਨੂੰ ਕੰਸਟਰਕਸ਼ਨ ਦੇ, ਘਰ ਬਣਾਉਣ ਦੇ ਕੋਈ ਕੰਮ ਚਾਹੀਦੇ ਹੈਗੇ ਆ, ਜਾਂ ਕਿਸੇ ਫਰਨੀਚਰ ਫੈਕਟਰੀ ਨੂੰ ਕੋਈ ਫਰਨੀਚਰ ਬਣਾਉਣ ਵਾਲੇ ਚਾਹੀਦੇ ਆ, ਸੋ ਕੋਈ ਬੰਦਾ ਜਿਹੜਾ ਫਰਨੀਚਰ ਦਾ ਕੰਮ ਕਰਦਾ ਉਹ ਕਿਸੇ ਵੀ ਕੰਟਰੀ 'ਚ ਹੋਵੇ, ਉਹਨੂੰ ਇੱਥੋਂ ਆਫਰ ਲੈਟਰ ਚਾਹੀਦੀ ਆ ਕਿ ਇਸ ਕੰਪਨੀ ਨੂੰ ਬੰਦੇ ਚਾਹੀਦੇ ਆ, ਤੇ ਉਹ ਫਿਰ ਆਪਣੇ ਪੇਪਰ ਲਾ ਕੇ ਇੱਥੇ ਆ ਸਕਦਾ ਹੈਗਾ ਓਪਨ ਵਰਕ ਪਰਮਿਟ ਦੇ ਉੱਤੇ। ਓਪਨ ਹੀ ਕਲੋਜ਼ ਵਰਕ ਪਰਮਿਟ ਦੇ ਉੱਤੇ, ਮਾਫ ਕਰਨਾ। ਔਰ ਵੈਸੇ ਵੀ ਇਦਾਂ ਹੁੰਦੀਆਂ ਰਹਿੰਦੀਆਂ ਗਾਈਡਲਾਈਨਸ, ਲਾਈਕ ਨਿਕਲਦੇ ਰਹਿੰਦੇ ਹੈਗੇ ਆ। ਸਿੱਧਾ ਤੁਸੀਂ ਕੰਪਨੀ ਤੋਂ ਕਰਨਾ ਵਿਦਆਊਟ ਆਫਰ ਲੈਟਰ, ਕਿ ਤੁਸੀਂ ਕਿਤੇ ਹਾਇਰਿੰਗ ਦੇ ਬੋਰਡ ਲੱਗੇ ਹੈਗੇ ਆ, ਬਾਹਰਲੀ ਕੰਟਰੀ ਚੋਂ ਕੋਈ ਉਹਦੀ ਫਿਲਿੰਗ ਕਰ ਦਿੰਦਾ ਹੈਗਾ ਆ, ਇਦਾਂ ਵੀ ਵਰਕ ਪਰਮਿਟ ਮਿਲ ਜਾਂਦੇ ਹੈਗੇ ਆ? ਮਿਲ ਸਕਦੇ ਹੀ, ਪਰ ਯੂਜੂਅਲੀ ਐਵੇਂ ਔਖਾ, ਮਤਲਬ ਕੱਲੀ ਜੌਬ ਵਰਕ ਪਰਮਿਟ ਕੱਲੀ ਜੌਬ ਲੈਣੀ ਨਹੀਂ ਹੈ। ਜੌਬ ਲੈਣ ਤੋਂ ਬਾਅਦ ਉਹਦਾ ਸਾਰਾ ਪ੍ਰੋਸੀਜਰ ਹੈ, ਉਹਦਾ ਵੀਜ਼ਾ ਵਾਸਤੇ ਜਿਹੜਾ ਅਪਲਾਈ ਕਰਨਾ, ਬੇਸਿਕਲੀ ਉਹ ਵਰਕ ਪਰਮਿਟ ਹੈ। ਉਹਦਾ ਵੀਜ਼ਾ ਮਤਲਬ ਇੱਕ ਤਾਂ ਜੌਬ, ਕੰਪਨੀ ਜੌਬ ਦੇਊਗੀ, ਉਸ ਤੋਂ ਬਾਅਦ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਵੀਜ਼ਾ ਵੀ ਦੇਵੇ ਇੱਥੇ ਆਉਣ ਵਾਸਤੇ। ਮਿਸਟਰ ਕਾਲੜਾ, ਕਈ ਲੋਕ ਵਰਕ ਪਰਮਿਟ ਲੈ ਲੈਂਦੇ ਆ, ਕਈਆਂ ਦਾ ਕਲੋਜ਼ ਵਰਕ ਪਰਮਿਟ ਹੁੰਦਾ, ਪਰ ਸਮ ਹਾਊ ਉਸ EMPLOYER ਦੇ ਨਾਲ ਉਹਨਾਂ ਦੇ ਜਿਹੜੇ ਰਿਲੇਸ਼ਨਸ ਇੰਨੇ ਗੁੱਡ ਨਹੀਂ ਹੁੰਦੇ, ਉਹ ਉੱਥੋਂ ਛੱਡ ਦਿੰਦੇ ਆ ਜਾਂ ਕਿਤੇ ਹੋਰ ਚਲ ਜਾਂਦੇ। ਇਹਦੇ ਨਾਲ ਫਾਈਲ ਦੇ ਉੱਤੇ ਇਫੈਕਟ ਪੈਂਦਾ ਤੁਹਾਡੀ ਤੇ? ਜੇ ਕਲੋਜ਼ ਵਰਕ ਪਰਮਿਟ ਤੇ ਹੈ ਤੇ ਉਹ ਆਪਣੇ EMPLOYER ਤੇ ਖੁਸ਼ ਨਹੀਂ ਹੈ ਜਾਂ ਕੋਈ ਪ੍ਰੋਬਲਮ ਚੱਲ ਰਹੀ ਹੈ, ਤਾਂ ਉਹ ਅਪਲਾਈ ਕਰ ਸਕਦਾ ਫਿਰ ਓਪਨ ਵਰਕ ਪਰਮਿਟ। ਰੀਜ਼ਨ ਕੀ ਦੇਣਾ ਪਊਗਾ? ਰੀਜ਼ਨ ਮਤਲਬ ਜੇ ਉਹ ਮਤਲਬ ਕਾਫੀ ਕੋਈ ਅਬਿਊਜ਼ਿਵ ਹੈ ਜਾਂ ਕੁਝ ਹੈ, ਤਾਂ ਉਹਨਾਂ ਨੂੰ ਕੁਝ ਸਾਲਾਂ ਤੋਂ ਇਹਨਾਂ ਨੇ ਅਲਾਉ ਕੀਤਾ ਕਿ ਓਪਨ ਵਰਕ ਪਰਮਿਟ। ਓ ਦੈਟਸ ਗੁੱਡ, ਮੈਨੂੰ ਪਤਾ ਨਹੀਂ ਸੀ। ਫਿਰ ਜੇ ਮੰਨ ਲਓ ਕਿ ਕਿਸੇ ਨੇ ਕੋਈ ਕਲੋਜ਼ ਵਰਕ ਪਰਮਿਟ ਲਿਆ ਆ, ਹੁਣ ਉਹ EMPLOYER ਦੇ ਨਾਲ ਉਹਦੀ ਬਣ ਨਹੀਂ ਰਹੀ, ਉਹਨੂੰ ਉੱਥੇ ਕਹਿ ਲਓ ਕਿ ਉਹਦੇ ਨਾਲ ਉਹਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਸੋ ਫਿਰ ਓਪਨ ਵਰਕ ਪਰਮਿਟ ਦੇ ਕੋਈ ਹੋਪ ਹੈ? ਹਾਂਜੀ, ਪਰ ਉਹਨੂੰ ਪ੍ਰੂਵ ਕਰਨਾ ਪੈਂਦਾ ਕਿ ਵਾਕਈ ਉਹਨੂੰ ਪ੍ਰੋਬਲਮ ਹੈ ਉੱਥੇ। ਆ ਨਹੀਂ ਕਿ ਉਹ ਆਪ ਜੌਬ ਤੇ ਜਾ ਹੀ ਨਹੀਂ ਰਿਹਾ ਤੇ ਬਾਅਦ ਚ ਕਹੇ ਕਿ ਮੈਂ ਚੇਂਜ ਕਰਨਾ, ਤਾਂ ਫਿਰ ਉਹ ਨਹੀਂ, ਉਹਨੂੰ ਮਤਲਬ ਪ੍ਰੂਵ ਕਰਨਾ ਪੈਂਦਾ ਕਿ ਵਾਕਈ ਪ੍ਰੋਬਲਮ ਹੈਗੀ ਹੈ ਜੀ। ਇਵਨ ਦੂਸਰੀ ਜੌਬ ਤਾਂ ਜਾ ਹੀ ਸਕਦਾ, ਦੂਸਰੀ ਜਗ੍ਹਾ ਤੇ ਤਾਂ ਵਰਕ ਪਰਮਿਟ ਲੈ ਕੇ ਜਾ ਹੀ ਸਕਦਾ, ਦੂਸਰੀ ਕਿਸੇ ਵੀ ਕੰਪਨੀ 'ਚ ਜੀ। ਸੋ ਜਾਨੀ ਫਾਈਲ ਤੇ ਨਹੀਂ ਕੁਛ ਪੈਂਦਾ, ਐਜ਼ ਲੌਂਗ ਤੁਸੀਂ ਸਹੀ ਹੈ ਅਪਲਾਈ ਕਰਨਾ ਪੈਂਦਾ। ਤੇ ਹੁਣ ਅਸੀਂ ਗੱਲ ਕਰਦੇ ਹਾਂ LMI ਤੇ। ਇਹ ਜਿਹੜਾ ਸ਼ਬਦ ਆ ਨਾ, ਇਹ ਹਰ ਇੱਕ ਦੇ ਮੂੰਹ ਤੇ ਹੁੰਦਾ ਹੈ, ਹਰ ਕਿਸੇ ਨੂੰ ਇਹਦੇ ਬਾਰੇ ਨੌਲੇਜ ਕੋਈ ਲੈਣਾ ਚਾਹੁੰਦੇ ਆ ਲੋਕੀ। ਸੋ ਇਹਦੇ ਬਾਰੇ ਪਹਿਲਾਂ ਦੱਸੋ ਕਿ LMI ਹੈ ਕੀ ਚੀਜ਼ ਹੈ? LMI ਦੀ ਫੁੱਲ ਫਾਰਮ ਹੈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। ਇਹਦਾ ਮਤਲਬ ਹੈ ਕਿ ਜੇ ਕੋਈ ਫੋਰਨਰ ਕੋਈ ਕਿਸੇ ਵੀ ਹੋਰ ਕੰਟਰੀ ਤੋਂ ਕੈਨੇਡਾ ਵਿੱਚ ਆਉਂਦਾ, ਤਾਂ ਉਹਦੇ ਆਉਣ ਨਾਲ ਕੈਨੇਡਾ ਦੀ ਲੇਬਰ ਮਾਰਕੀਟ 'ਤੇ ਫਰਕ ਤਾਂ ਨਹੀਂ ਪੈਂਦਾ।
ਕੋਈ ਕੈਨੇਡੀਅਨ ਗਵਰਨਮੈਂਟ ਚਾਹੁੰਦੀ ਹੈ ਕਿ ਜੇ ਕੈਨੇਡੀਅਨਸ ਜਾਂ PR ਅਵੇਲੇਬਲ ਹੈਗੇ ਕਿਸੇ ਵੀ ਜੋਬ ਵਾਸਤੇ ਤਾਂ ਫਿਰ ਫੋਰਨ ਤੋਂ ਬੰਦੇ ਨਾ ਬੁਲਾਏ ਜਾਣ। ਇਸ ਕਰਕੇ ਇਹਨਾਂ ਨੇ ਸਿਸਟਮ ਸ਼ੁਰੂ ਕੀਤਾ। ਤੇ ਜੇ ਕਿਸੇ ਨੇ LMIA ਕਿਸੇ ਕੋਈ ਕੰਪਨੀ ਹੈ ਉਹਨਾਂ ਨੂੰ ਰਿਕੁਆਇਰਮੈਂਟ ਹੈ EMPLOYEES ਦੀ, ਉਹ ਪਹਿਲੇ ਐਡ ਕਰਦੇ ਆ ਜੋਬ ਬੈਂਕ ਤੇ ਹੋਰ ਇੰਡੀਡ ਤੇ ਬਾਕੀ ਕਾਫੀ ਜਗ੍ਹਾ 'ਤੇ ਐਡ ਕਰਕੇ। ਜੇ ਉਹਨਾਂ ਨੂੰ ਕੈਨੇਡੀਅਨ ਜਾਂ PR ਨਹੀਂ ਮਿਲਦਾ ਤਾਂ ਫਿਰ ਉਹ LMIA ਵਾਸਤੇ ਅਪਲਾਈ ਕਰਦੇ ਆ ਸਰਵਿਸ ਕੈਨੇਡਾ ਨੂੰ। ਮਤਲਬ ਉਹ ਕੰਪਨੀ ਅਪਲਾਈ ਕਰਦੀ ਹੈ ਟੂ ਗੈਟ ਐਨ LMIA, ਅਤੇ ਸਰਵਿਸ ਕੈਨੇਡਾ ਜੇ ਸੈਟੀਸਫਾਈਡ ਹੁੰਦੀ ਹੈ ਕਿ ਹਾਂ ਉਹਨਾਂ ਨੂੰ ਵਾਕਈ EMPLOYEES ਨਹੀਂ ਮਿਲੇ ਤਾਂ ਫਿਰ ਉਹ LMIA ਉਹਨਾਂ ਨੂੰ ਮਿਲਦੀ ਹੈ। ਉਹਦੇ ਬੇਸ 'ਤੇ ਫਿਰ ਉਹ ਜਿਹੜਾ EMPLOYEE ਹੈ ਉਹ ਵਰਕ ਪਰਮਿਟ ਲਾ ਕੇ ਇੱਥੇ ਆ ਸਕਦਾ ਜੀ। ਤੇ ਹੁਣ LMI ਇੱਥੇ ਆਏ ਲੋਕਾਂ ਨੂੰ ਵੀ ਲੈਂਦੇ ਹੈਗੇ, ਜਿਹੜੇ ਇੱਥੇ ਆ ਜਾਂਦੇ ਆ ਵਿਜ਼ਿਟਰ ਉਹ ਵੀ ਲੈ ਲੈਂਦੇ ਆ, ਤੇ ਬਾਹਰੋਂ ਵੀ ਲੋਕੀ ਲੈ ਲੈਂਦੇ ਹੈਗੇ ਜੇ ਕੋਈ ਉਹਨਾਂ ਨੂੰ ਆਫਰ ਕਰੇ। ਸੋ ਥੋੜਾ ਜਿਹਾ ਇਹਦੇ ਬਾਰੇ ਹੋਰ ਡੀਟੇਲ ਦੇ ਵਿੱਚ ਦੱਸੋ, ਇਹਦੇ ਲਈ ਕੀ ਕੁਆਲੀਫਿਕੇਸ਼ਨ ਚਾਹੀਦੀ ਹੈਗੀ ਆ, ਕੀ ਇਹਦੀਆਂ ਰਿਕੁਆਇਰਮੈਂਟਸ ਆ, ਕੀ ਗਾਈਡਲਾਈਨਸ ਹੈਗੀਆਂ, ਥੋੜਾ ਜਿਹਾ ਇਹਦੇ ਲਈ ਹੋਰ ਦੱਸੋ। ਕਿਉਂਕਿ ਹਰ ਇਨਸਾਨ ਇਹ ਗੱਲ ਤਾਂ ਕਹਿੰਦਾ ਕਿ ਮੈਂ LMI ਲੈਣੀ ਹੈਗੀ ਆ, ਪਰ ਉਹਨਾਂ ਨੂੰ ਪੂਰਾ ਪ੍ਰੋਸੀਜਰ ਵੀ ਪਤਾ ਹੋਣਾ ਚਾਹੀਦਾ। ਉਹੀ ਮੈਂ ਤੁਹਾਨੂੰ ਦੱਸਿਆ ਜੀ, ਸਭ ਤੋਂ ਪਹਿਲੇ ਗਵਰਨਮੈਂਟ ਨੇ ਆ ਦੇਖਣਾ ਕਿ ਕਿਸੇ ਫੋਰਨਰ ਦੇ ਆਉਣ 'ਤੇ ਇੱਥੇ ਦੀ ਲੇਬਰ ਮਾਰਕੀਟ ਨੂੰ ਫਰਕ ਤਾਂ ਨਹੀਂ ਪੈਂਦਾ। ਇਸ ਕਰਕੇ ਉਹ ਕੰਪਨੀ ਨੂੰ ਪਹਿਲੇ ਅਪਲਾਈ ਕਰਨੀ ਪੈਂਦੀ ਹੈ। ਉਹਨਾਂ ਨੂੰ LMI ਮਿਲਣ ਤੋਂ ਬਾਅਦ ਜੋ ਇੱਕ ਵਾਰ LMI ਮਿਲ ਜਾਂਦੀ ਹੈ ਉਹ ਵੈਲਿਡ ਹੁੰਦੀ ਹੈ ਫॉर 6 ਮੰਥਸ। ਅੱਜ ਕੱਲ੍ਹ ਕੋਵਿਡ ਕਰਕੇ 9 ਮੰਥਸ ਉਹਨਾਂ ਨੇ ਵੈਲਿਡ ਕੀਤੀ ਹੈ। ਹੁਣ ਜੇ ਸਪੋਜ਼ ਇੱਕ ਕੰਸਟਰਕਸ਼ਨ ਕੰਪਨੀ ਹੈ, ਉਹਨਾਂ ਨੂੰ ਰਿਕੁਆਇਰਮੈਂਟ ਹੈ ਕੰਸਟਰਕਸ਼ਨ ਵਰਕਰਸ ਦੀ ਜਾਂ ਸੁਪਰਵਾਈਜ਼ਰ ਦੀ ਰਿਕੁਆਇਰਮੈਂਟ ਹੈ, ਉਹਨਾਂ ਨੂੰ ਇੱਥੋਂ ਨਹੀਂ ਮਿਲ ਰਹੇ, ਤਾਂ ਫਿਰ ਉਹ ਦੂਸਰੀ ਕੰਟਰੀ ਤੋਂ ਜਿਹੜੇ ਲੋਕ ਸਿਮਿਲਰ ਪ੍ਰੋਫਾਈਲ ਮੈਚ ਕਰਦੇ ਉਹਨਾਂ ਕੋਲ ਉਹਲਾ ਐਕਸਪੀਰੀਅੰਸ ਹੈਗਾ, ਤਾਂ ਉਹਦੇ ਜੋ ਉਹਨਾਂ ਦੀ ਐਡ ਦੇ ਵਿੱਚ ਐਕਸਪੀਰੀਅੰਸ ਰਿਕੁਆਇਰਡ ਹੈ, ਕੁਆਲੀਫਿਕੇਸ਼ਨ IELTS ਵਾਟਐਵਰ ਰਿਕੁਆਇਰਡ, ਜੋ ਉਹਨੂੰ ਮੈਚ ਕਰਦੇ ਆ ਤਾਂ ਉਹਦੇ ਬੇਸ 'ਤੇ ਅਪਲਾਈ ਕਰ ਸਕਦੇ ਆ। ਪਰ ਉਹਨੂੰ ਜਿਹੜਾ EMPLOYER ਉਹਨੂੰ ਜੋਬ ਆਫਰ ਦੇਣੀ ਪਊਗੀ। ਉਹਦੇ ਜੋਬ ਆਫਰ ਉਹਨੂੰ EMPLOYER ਨੂੰ ਦੇਵੇ ਕਿ ਤੂੰ ਆ ਸਕਦਾ, ਉਹਦੇ ਬੇਸ 'ਤੇ ਉਹ ਵਰਕ ਪਰਮਿਟ ਅਪਲਾਈ ਕਰ ਸਕਦਾ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਡਾਕਟਰ ਸਾਹਿਬ ਕਿ LMI ਦੀ, ਹੁਣ ਕੈਨੇਡਾ ਦੇ ਵਿੱਚ ਲੇਬਰ ਦੀ ਸ਼ਾਰਟੇਜ ਬੜੀ ਚੱਲ ਰਹੀ ਹੈਗੀ ਆ। ਹਰ ਜਗ੍ਹਾ ਤੇ ਤੁਸੀਂ ਦੇਖਦੇ ਹੋ ਪਿਛਲੇ ਸਮੇਂ ਦੇ ਵਿੱਚ ਲੋਕਾਂ ਨੂੰ ਕੰਮ ਲੱਭਦੇ ਨਹੀਂ ਸੀ, ਪਰ ਕੋਵਿਡ ਤੋਂ ਬਾਅਦ ਬਿਜ਼ਨਸ ਬੰਦ ਵੀ ਰਹੇ ਆ, ਪਰ ਹੁਣ ਜਿਉਂ ਹੀ ਬਿਜ਼ਨਸ ਖੁੱਲ੍ਹੇ ਹੈਗੇ ਆ ਤੇ ਲੋਕਾਂ ਦੇ ਹਰ ਇੱਕ ਦੇ ਹਾਇਰਿੰਗ ਦੇ ਬੋਰਡ ਲੱਗੇ ਹੈਗੇ ਆ। ਸੋ ਇੱਕ ਬਿਜ਼ਨਸ ਨੂੰ LMI ਕਢਾਉਣ ਦੇ ਲਈ ਕਿਹੜੇ ਪ੍ਰੋਸੀਜਰ ਹੁੰਦੇ ਆ, ਕਿੰਨੀਆਂ ਕਿ ਉਹ ਕੱਢ ਸਕਦਾ ਇੱਕ ਬਿਜ਼ਨਸ, ਡਿਪੈਂਡ ਕਰਦਾ ਕਿੰਨਾ ਵੱਡਾ ਬਿਜ਼ਨਸ। ਹੁਣ ਇੱਕ ਕੱਪੜੇ ਦੀ ਸਟੋਰ ਆ, ਉੱਥੇ 4 EMPLOYEES ਕੰਮ ਕਰਦੇ ਹੈਗੇ ਆ, ਉਹ ਕਿਵੇਂ ਲੈ ਸਕਦੇ ਆ, ਉਹਨਾਂ ਲਈ ਕਿੰਨੀਆਂ LMI ਉਹ ਲੈ ਸਕਦੇ ਆ, ਕੀ ਗਵਰਨਮੈਂਟ ਦੇ ਰੂਲ ਰੈਗੂਲੇਸ਼ਨਸ ਹੈ? ਗਵਰਨਮੈਂਟ ਨੇ ਇੱਕ ਕੈਪ ਲਗਾਈ ਹੋਈ LMI ਤੇ ਕਿ ਆ ਨਹੀਂ ਕਿ ਜਿੰਨੇ ਮਰਜ਼ੀ ਤੁਸੀਂ ਫੋਰਨ ਵਰਕਰ ਲੈ ਸਕਦੇ ਹੋ। 10% ਕੈਪ ਹੈ, 10% ਕੈਪ। ਜੇ ਕਿਸੇ ਕੋਲ 10 EMPLOYEE ਹੈ ਤਾਂ ਇੱਕ EMPLOYEE ਦੀ LMI ਕੱਢ ਸਕਦਾ ਆਲ ਓਵਰ ਕੈਨੇਡਾ ਜਿਹਦੇ ਕੋਲ 10 EMPLOYEE ਹੈ। ਅਤੇ ਜੇ ਉਹਦੇ ਕੋਲ 10 ਤੋਂ ਘੱਟ ਹੈ ਤਾਂ ਫਿਰ ਗਵਰਨਮੈਂਟ ਅਲਾਓ ਕਰਦੀ ਹੈ ਕਿ ਤੁਸੀਂ ਜ਼ਿਆਦਾ ਵੀ ਅਪਲਾਈ ਕਰ ਸਕਦੇ ਹੋ। ਮੋਰ ਦੈਨ 10 ਇਟ ਇਜ਼ 10%। ਜੇ 10 ਤੋਂ ਘੱਟ ਹੈ, ਜਿਵੇਂ ਕਿਸੇ ਕੋਲ ਤੁਸੀਂ ਕਹਿ ਰਹੇ ਹੋ 4 EMPLOYEE ਹੈ, ਤਾਂ ਉਹ 2 LMI ਵੀ ਕੱਢ ਸਕਦਾ, ਪਰ ਉਹਨੂੰ ਪ੍ਰੂਵ ਕਰਨਾ ਪੈਣਾ ਕਿ ਉਹਨਾਂ ਨੂੰ ਪੇ ਕਰ ਸਕਦਾ। ਇੱਕ ਤਾਂ ਪਹਿਲੇ ਬਿਜ਼ਨਸ ਹੈ ਨਾ ਪ੍ਰੋਫਿਟ ਵਿੱਚ ਹੈ ਕਿ ਉਹਨੂੰ ਰਿਕੁਆਇਰਮੈਂਟ ਹੈ ਐਕਚੁਅਲੀ, ਅਤੇ ਸੈਕਿੰਡ ਉਹਨੂੰ ਪੇ ਕਰ ਸਕੇ। ਜੇ ਉਹ ਕਹਿੰਦੇ ਜੇ ਤੁਸੀਂ ਪੇ ਨਹੀਂ ਕਰ ਸਕੇ ਉਹਨਾਂ ਨੂੰ, ਤਾਂ ਫਿਰ ਤੁਸੀਂ ਕਰੋਗੇ ਇੱਥੇ ਜੀ। ਸਰਕਾਰ ਵੱਲੋਂ ਕੋਈ ਇਹੋ ਜਿਹਾ ਅਨਾਉਂਸ ਕੀਤਾ ਆ ਜਾਂ ਕੋਈ ਇਹੋ ਜਿਹਾ ਪ੍ਰੋਗਰਾਮ ਹੈ ਕਿ ਜਿਹੜੇ ਲੋਕ ਓਪਨ ਵਰਕ ਪਰਮਿਟ ਤੇ ਆ ਜਾਂ LMI ਲਈ ਸੀ, ਕੋਵਿਡ ਕਰਕੇ ਉਹਨਾਂ ਦੀਆਂ ਫਾਈਲਸ ਅਫੈਕਟ ਹੋਈਆਂ, ਉਹਨਾਂ ਨੂੰ ਕੋਈ ਇਹੋ ਜਿਹੀਆਂ ਸਪੈਸ਼ਲ ਹੋਇਆ, ਉਹਨਾਂ ਦੇ ਲਈ ਕੁਝ ਚੇਂਜਸ ਆਈਆਂ ਕਿ ਉਹਨਾਂ ਦਾ ਥੋੜਾ ਜਿਹਾ ਕੋਵਿਡ ਦੇ ਕਰਕੇ ਹੋਇਆ ਨੁਕਸਾਨ ਜਿਹੜਾ ਉਹ ਉਹਨਾਂ ਦੀਆਂ ਜਾਂ ਵੀਜ਼ੇ ਐਕਸਟੈਂਡ ਹੋ ਗਏ ਜਾਂ ਉਹਨਾਂ ਦੇ ਵਰਕ ਪਰਮਿਟ ਵਗੈਰਾ ਜਾਂ LMI ਜਿਹਨੇ ਲਈ ਸੀ ਉਹਨਾਂ ਦੇ ਲਈ ਕੁਝ ਇੱਦਾਂ ਦਾ ਹੋਇਆ? ਗਵਰਨਮੈਂਟ ਨੇ ਕਾਫੀ ਫੈਸਿਲਿਟੀਜ਼ ਦਿੱਤੀਆਂ ਜੀ। ਅਗਸਤ 2020 ਤੋਂ ਲੈ ਕੇ ਹੁਣ ਅਗਸਤ 21 ਤੱਕ ਸੀਗੀ ਕਿ ਤੁਸੀਂ ਐਕਸਟੈਂਡ ਕਰਾ ਸਕਦੇ ਹੋ। ਜੇ ਕੋਈ ਵਿਜ਼ਟਰ ਹੈ ਜਾਂ ਕੋਈ ਵਰਕ ਪਰਮਿਟ 'ਤੇ ਆਲਰੇਡੀ ਹੈਗਾ ਅਤੇ ਉਹ ਆਪਣੀ ਐਕਸਟੈਂਡ ਕਰਾ ਸਕਦਾ। ਉਹਨਾਂ ਨੇ ਬਹੁਤ ਈਜ਼ੀ ਟੈਂਪਰੇਰੀ ਪੋਲਿਸੀ ਆਈ ਹੈਗੀ ਜਿਹਦੇ ਬੇਸ 'ਤੇ ਉਹ ਆਪਣੀ ਸਟੇ ਐਕਸਟੈਂਡ ਕਰਾ ਸਕਦਾ। ਜੇ ਉਹ ਵਾਪਸ ਨਹੀਂ ਜਾ ਸਕਦਾ ਜਾਂ ਤੂੰ ਇੱਥੇ ਜੇ ਜ਼ਰੂਰਤ ਹੈ ਤਾਂ ਕਰ ਸਕਦਾ। ਉਹ ਕਾਫੀ ਜਿਹੜੇ ਲੋਕ ਹੁਣ ਦੇਖੋ ਜਦੋਂ ਵਰਕ ਪਰਮਿਟ ਲੈਣਾ ਆ, ਕਲੋਜ਼ ਵਰਕ ਪਰਮਿਟ ਆ ਚਾਹੇ ਓਪਨ ਵਰਕ ਪਰਮਿਟ ਆ ਜਾਂ LMI ਆ, ਜਦੋਂ ਲੈਣੀ ਆ, ਜਦੋਂ ਹੁਣ ਲੋਕੀ ਉੱਥੋਂ ਵਿਜ਼ਿਟਰ ਇੱਥੇ ਮੁਲਕ 'ਚ ਆਉਂਦੇ ਆ, ਉਹ ਆਪਣੀ ਫਾਈਲ ਬਣਾਉਂਦੇ ਆ, ਫਾਈਲ ਦੇ ਵਿੱਚ ਉਹ ਆਪਣਾ ਆਕੂਪੇਸ਼ਨ ਲਿਖਦੇ ਆ ਕਿ ਅਸੀਂ ਕੀ ਕਰਦੇ ਸੀ, ਕੀ ਸਾਡਾ ਕੰਮ ਕਾਰ ਆ, ਉਹਦੇ ਆਧਾਰ 'ਤੇ ਦੇਖ ਕੇ ਉਸੇ ਤਰ੍ਹਾਂ ਦੀ ਹੀ ਰਿਕੁਆਇਰਮੈਂਟ ਹੁੰਦੀ ਆ ਕਿ ਜਾਂ ਤੁਸੀਂ ਉਹਨੂੰ ਚੇਂਜ ਵੀ ਕਰ ਸਕਦੇ ਹੈਗੇ ਆ? ਵੈਸੇ ਚੇਂਜ ਵੀ ਕਰ ਸਕਦੇ ਜੀ, ਪਰ ਪ੍ਰੈਫਰੇਬਲੀ ਜੇ ਉਹਦੇ ਨਾਲ ਮਿਲਦੀ ਜੁਲਦੀ ਪ੍ਰੋਫਾਈਲ ਹੋਵੇ ਤਾਂ ਵੀਜ਼ਾ ਮਿਲਣਾ ਈਜ਼ੀ ਹੁੰਦਾ, ਪਰ ਅਦਰਵਾਈਜ਼ ਚੇਂਜ ਵੀ ਕਰ ਸਕਦੇ ਥੋੜ੍ਹਾ ਬਹੁਤ। ਪਰ ਆ ਨਹੀਂ ਹੈਗਾ ਕਿ ਜੇ ਕੋਈ ਬਿਲਕੁਲ ਫੀਲਡ ਚੇਂਜ ਕਰ ਲੇ ਉਹ ਅਪਰੂਵ ਨਹੀਂ ਹੁੰਦਾ ਜ਼ਿਆਦਾਤਰ ਵੀ, ਕਿਉਂਕਿ ਕਈਆਂ ਦੀਆਂ ਕੰਪਲਿਕੇਸ਼ਨਸ ਆਉਂਦੀਆਂ। ਹੁਣ ਕੋਈ ਮੈਡੀਕਲ ਫੀਲਡ ਦੇ ਵਿੱਚ ਸੀ ਤੇ ਇੱਥੇ ਆ ਕੇ ਉਹ ਲੇਬਰ ਦੀ LMI ਉਹਨਾਂ ਨੇ ਲੈ ਲਈ ਹੈ ਜਾਂ ਵੀਜ਼ਾ ਉਹਨਾਂ ਨੇ ਵਰਕ ਪਰਮਿਟ ਜਿਹੜਾ ਕੁਝ ਵੀ ਲਿਆ ਉਹਨਾਂ ਨੇ ਉਹ ਲੇਬਰ ਦਾ ਲੈ ਲਿਆ, ਉਹ ਫਿਰ ਉਹਨਾਂ ਨੂੰ ਉੱਥੇ ਜਾ ਕੇ ਫਾਈਲ ਦੇ ਵਿੱਚ ਅੱਗੇ ਜਾ ਕੇ ਪ੍ਰੋਬਲਮ ਹੋਊਗੀ ਕਿ ਤੁਸੀਂ ਇੰਨਾ ਫੀਲਡ ਕਿਵੇਂ ਚੇਂਜ ਕਰ ਲਿਆ। ਜ਼ਿਆਦਾਤਰ ਤਾਂ ਵੀਜ਼ਾ ਹੀ ਮਿਲਣਾ ਮੁਸ਼ਕਿਲ ਹੋ ਜਾਂਦਾ ਜੇ ਇੰਨੀ ਗ੍ਰੋਸ ਚੇਂਜਸ ਹੋਵੇ।
ਪਰ ਜੇ ਮਿਲ ਵੀ ਜਾਂਦਾ ਤਾਂ ਫਿਰ ਅੱਗੇ ਫਿਰ ਮੁਸ਼ਕਿਲ ਆਉਂਦੀ ਹੈ ਉਹਨਾਂ ਨੂੰ ਪ੍ਰੂਵ ਕਰਨ ਵਾਸਤੇ ਕਿ ਤੁਸੀਂ ਵਾਪਸ ਉਸ ਫੀਲਡ ਵਿੱਚ ਕਿਵੇਂ ਜਾ ਸਕਦੇ। ਤੇ ਹੁਣ ਜਿਨ੍ਹਾਂ ਲੋਕਾਂ ਦੇ 2 ਸਾਲ ਦੇ ਪਰਮਿਟ ਲਏ ਹੁੰਦੇ ਆ, ਮੰਨ ਲਓ ਓਪਨ ਲੈ ਲਿਆ, ਚਾਹੇ ਉਹਨਾਂ ਨੇ ਓਪਨ ਵਰਕ ਪਰਮਿਟ ਕਿੰਨੇ ਟਾਈਮ ਦਾ? 2 ਸਾਲ ਦੇ ਸਾਰੇ ਹੁੰਦੇ ਆ, ਕਲੋਜ਼ ਐਂਡ ਨਹੀਂ, ਓਪਨ। 1 ਈਅਰ ਦਾ ਵੀ ਹੋ ਸਕਦਾ, 2 ਈਅਰ ਦਾ ਵੀ ਹੋ ਸਕਦਾ। 2 ਇਅਰਸ ਦਾ ਵੀ ਹੋ ਸਕਦਾ। ਜਿਹੜੇ ਸਟੂਡੈਂਟ ਆਉਂਦੇ ਆ ਉਹਨਾਂ ਨੂੰ ਵੀ ਵਰਕ ਪਰਮਿਟ ਮਿਲਦਾ, ਉਹਨਾਂ ਦਾ ਕਿੰਨਾ ਚਿਰ ਵੈਲਿਡ ਹੁੰਦਾ? ਜਿੰਨਾ ਚਿਰ ਉਹਨਾਂ ਦੀ ਸਟੱਡੀ ਵੈਲਿਡ ਹੈਗੀ ਆ। ਸਭ ਤੋਂ ਪਹਿਲਾਂ ਇੱਕ ਸਿੰਗਲ ਰੂਲ ਆਫ ਥੰਬ ਹੈ ਕਿ ਜਿੰਨੇ ਦੇ ਦੀ ਸਟੱਡੀ ਹੈ ਉਨ ਈਅਰ ਦਾ ਵਰਕ ਪਰਮਿਟ ਮਿਲ ਜਾਂਦਾ ਉਹਨੂੰ, ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਂ ਓਪਨ ਵਰਕ ਪਰਮਿਟ ਵੀ ਕਹਿੰਦੇ। ਪਰ ਉਹਨਾਂ ਨੇ ਕੀਤਾ ਜੇ 2 ਈਅਰ ਦੀ ਸਟੱਡੀ ਹੈ ਤਾਂ ਉਹਨੂੰ 3 ਈਅਰ ਦਾ ਵਰਕ ਪਰਮਿਟ ਮਿਲ ਜਾਂਦਾ। ਅਦਰਵਾਈਜ਼ ਸੇਮ ਹੈ, ਜੇ 1 ਈਅਰ ਵੱਲ ਨੂੰ 1 ਈਅਰ, ਜੇ 18 ਮੰਥਸ ਵਾਲਿਆਂ ਨੂੰ 18 ਮੰਥਸ ਮਿਲੂ। ਤੇ ਹੁਣ ਕਈ ਪਿੱਛੇ ਜੇ ਕਿ ਵੀ ਮੁੱਦਾ ਉੱਠਿਆ ਸੀ ਕਿ ਤੁਸੀਂ ਕੰਮ ਕਰਨ ਲਈ ਕੰਮੇ ਆਉਂਦੇ, ਕਿਉਂਕਿ ਇਹਨਾਂ ਮੁਲਕਾਂ 'ਚ ਹੁਣ ਮਿਲ ਨਹੀਂ ਰਹੇ, ਤੇ ਉਹ ਸੀਜ਼ਨਲ ਵਰਕਰ ਆਉਣ, ਆਪਣਾ ਸੀਜ਼ਨ ਇੱਥੇ ਕੰਮ ਦਾ ਲਾ ਕੇ ਤੇ ਵਾਪਸ ਆਪਣੇ ਉੱਥੇ ਚਲੇ ਜਾਣ, ਆਪਣੇ ਜਿੱਥੋਂ ਵੀ ਉਹ ਆਏ ਹੈਗੇ। ਇਦਾਂ ਵੀ EMPLOYER ਆਉਂਦੇ ਹੈਗੇ ਆ, EMPLOYEES ਬਾਹਰੋਂ ਮੰਗਾਏ ਜਾਂਦੇ ਆ, ਬਹੁਤ ਲੇਬਰ ਕਾਮਨ ਹੈ ਆਉਂਦੀ ਇੱਥੇ। ਮੈਕਸੀਕੋ ਤੋਂ ਪਰ ਜ਼ਿਆਦਾ ਆਉਂਦੇ ਸੀਜ਼ਨਲ ਐਗਰੀਕਲਚਰ ਵਰਕਰਸ ਉਹਨਾਂ ਨੂੰ ਕਹਿੰਦੇ। ਉਹ ਸਿਰਫ ਕੁਝ ਫਿਊ ਮੰਥਸ ਵਾਸਤੇ ਆਉਂਦੇ ਜੋ ਉਹਨਾਂ ਦਾ ਸੀਜ਼ਨ ਹੁੰਦਾ। ਉਹ ਬਹੁਤ ਫ੍ਰੀਕੁਐਂਟ, ਪਰ ਜ਼ਿਆਦਾਤਰ ਲੋਕ ਮੈਕਸੀਕੋ ਦੇ ਹੀ ਹੈ ਜਿਹੜੇ ਇੱਥੇ ਆ ਰਹੇ ਆ। ਇੰਡੀਆ ਵਗੈਰਾ ਤੋਂ ਘੱਟ ਹੈ ਸੀਜ਼ਨਲ ਵਰਕਰ ਜਿਹੜੇ ਆ ਰਹੇ ਆ। ਇੰਡੀਆ ਤੋਂ ਮੇਰੇ ਖਿਆਲ ਵਰਕਰ ਆਉਂਦੇ ਆ, ਵਾਪਸ ਕੋਈ Seasonal ਜਾਂਦੇ ਨਹੀਂ, ਸੀਜ਼ਨਲ ਪਰ ਉਹ 1 ਆਉਂਦੇ ਈਅਰ ਨੇ। ਦੇ ਵਰਕ, ਜ਼ਿਆਦਾਤਰ ਐਗਰੀਕਲਚਰ ਜਿਹੜਾ 1 ਈਅਰ ਦੇ ਵਰਕ ਪਰਮਿਟ ਤੇ ਜਾਂ 2 ਈਅਰ ਦੇ ਵਰਕ ਪਰਮਿਟ ਤੇ ਆਉਂਦੇ। ਤੇ ਜਿਹੜੇ ਹੁਣ ਸਟੂਡੈਂਟਸ ਦੀਆਂ ਆਪਣੇ ਸਾਹਮਣੇ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ, ਉਹਨਾਂ ਨੂੰ ਸਟੱਡੀ ਪਰਮਿਟ ਮਿਲਿਆ ਹੁੰਦਾ, ਉਹਨਾਂ ਨੂੰ ਬਹੁਤ ਘੱਟ ਘੰਟੇ ਹੁੰਦੇ, 20 ਕੁ ਘੰਟੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਿਰਫ ਕੰਮ ਕਰਨ ਦੇ ਦਿੱਤੇ ਜਾਂਦੇ ਆ। ਡਿਊਰਿੰਗ ਸਟੱਡੀ ਉਹਨਾਂ ਨੂੰ 20 ਆਵਰਸ ਹੁੰਦੇ ਜੀ ਪਰ ਵੀਕ, ਪਰ ਜਦੋਂ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤਾਂ ਪੂਰੇ 40 ਆਵਰਸ ਫੁੱਲ ਟਾਈਮ ਵਰਕ ਕਰ ਸਕਦੇ ਹੋ। ਸੋ ਫਿਰ ਉਹ ਉਸ ਤੋਂ ਬਾਅਦ ਉਹ ਫੁੱਲ ਟਾਈਮ ਕਰ ਸਕਦੇ ਹੈਗੇ ਆ। ਤੇ ਹੁਣ ਕੋਈ ਇੱਥੇ ਵਿਜ਼ਿਟਰ ਆਇਆ ਹੈਗਾ ਆ, ਉਹਨਾਂ ਨੇ ਵਰਕ ਪਰਮਿਟ ਸਿੱਧਾ ਵੀ ਕਿਸੇ ਤਰ੍ਹਾਂ ਸਰਕਾਰ ਤੋਂ ਜਾਂ ਕੋਈ ਇਹੋ ਜਿਹੀ ਚੀਜ਼ ਹੈ ਕਿਤੇ ਉਹ ਸਿੱਧਾ ਵੀ ਕਰ ਸਕਦੇ ਹੈਗੇ ਆ, ਕਿ ਜਾਂ ਥਰੂ ਦਾ EMPLOYER ਹੀ ਉਹਨਾਂ ਨੂੰ ਕਰਨੇ ਪੈਣੇ ਹੈਗੇ? ਪ੍ਰੋਵਿੰਸਸ ਤੇ ਡਿਪੈਂਡ ਕਰਦਾ ਜੀ, ਪਰ ਮੋਸਟ ਆਫ ਦਾ ਪ੍ਰੋਵਿੰਸਸ ਦੇ ਥਰੂ ਜੌਬ ਆਫਰ ਹੀ ਹੈ। ਵਿਦਆਊਟ ਜੌਬ ਵੀ ਕਈ ਪ੍ਰੋਵਿੰਸਸ ਦੇ ਵਿੱਚ ਹੈਗਾ, ਪਰ ਉਹ ਬਹੁਤ ਘੱਟ ਹੈ। ਜਿਵੇਂ ਓਨਟਾਰੀਓ ਵਿੱਚ ਹੈ, ਨਿਊ ਬਰੁਨਸਵਿਕ ਵਿੱਚ ਹੈ, ਪਰ ਬਹੁਤ ਘੱਟ ਹੈ। ਜ਼ਿਆਦਾਤਰ EMPLOYER ਬੇਸਡ ਵਰਕ ਪਰਮਿਟ ਸੀ। ਤੇ ਜਿਹੜੇ ਲੋਕ ਸਿੱਧੀ ਫਾਈਲ ਲਾ ਕੇ ਪਰਿਵਾਰ ਦੇ ਪਰਿਵਾਰ ਇੱਥੇ ਸ਼ਿਫਟ ਹੁੰਦੇ, ਉਹ ਕਿਹੜਾ ਪ੍ਰੋਗਰਾਮ ਹੈਗਾ? ਉਹ ਜ਼ਿਆਦਾਤਰ PR ਵਿੱਚ ਆਉਂਦੇ ਜੀ, ਜਾਂ ਫਿਰ ਜੇ ਵਰਕ ਪਰਮਿਟ ਇੱਕ ਆਦਮੀ ਨੂੰ ਵਰਕ ਪਰਮਿਟ ਮਿਲਦਾ ਤਾਂ ਉਹਦੀ ਫੈਮਿਲੀ ਆ ਸਕਦੀ ਹੈ। ਜਿਵੇਂ ਉਹਦੀ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਜੂਗਾ ਤੇ ਬੱਚੇ ਸਕੂਲ ਵਿੱਚ ਆ ਸਕਦੇ। ਹੁਣ ਇੱਕ ਬੰਦੇ ਨੇ ਵਰਕ ਪਰਮਿਟ ਲਿਆ ਹੈਗਾ ਤੇ ਉਹਦੀ ਵਾਈਫ ਨਾਲ ਆ ਜਾਂਦੀ, ਬੱਚੇ ਆ ਜਾਂਦੇ ਹੈਗੇ ਆ, ਸੋ ਵਾਈਫ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਆ ਤੇ ਬੱਚਿਆਂ ਨੂੰ ਫਿਰ ਸਟੱਡੀ ਪਰਮਿਟ ਨਾਲ ਲੈਣੇ ਪੈਂਦੇ ਆ। ਬੱਚੇ ਜੇ ਵਿਜ਼ਟਰ ਤੇ ਵੀ ਵਿਜ਼ਟਰ ਰੈਕੋਰਡ ਤੇ ਵੀ ਆਉਂਦੇ ਤਾਂ ਵੀ ਉਹ ਸਟੱਡੀ ਕਰ ਸਕਦੇ, ਸਟੱਡੀ ਲਈ ਕਰ ਸਕਦੇ ਆ। ਪਰ ਕੋਈ ਕਈ ਇਦਾਂ ਸਕੂਲ ਵਿੱਚ ਜਾ ਸਕਦੇ ਅਪ ਟੂ 18 ਇਅਰਸ, ਮਤਲਬ ਅਪ ਟੂ 18, ਸੋ 18 ਤੋਂ ਬਾਅਦ ਨਹੀਂ ਉਹ ਅੱਗੇ 18 ਤੋਂ ਬਾਅਦ ਉਹਨੂੰ ਸਟੱਡੀ ਪਰਮਿਟ ਲੈਣਾ ਪਊ। ਓਕੇ, ਸੋ 18 ਸਾਲ ਤੱਕ ਪੇਰੈਂਟਸ ਦੇ ਅੰਡਰ ਉਹ ਸਟੱਡੀ ਕਰ ਸਕਦੇ ਆ। ਸੋ ਜੇ ਉਹਨਾਂ ਨੇ 18 ਸਾਲ ਤੋਂ ਬਾਅਦ ਸਟੱਡੀ ਕਰਨੀ, ਫਿਰ ਉਹਨਾਂ ਨੂੰ ਵਰਕ ਪਰਮਿਟ ਲੈਣਾ ਪਊਗਾ। ਸਟੱਡੀ ਪਰਮਿਟ ਲੈਣਾ ਪਊਗਾ। ਤੇ ਡਾਕਟਰ ਸਾਹਿਬ, ਹੋਰ ਕਿਹੜੀਆਂ ਗੱਲਾਂ ਆ ਜਿਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹੈਗਾ ਜਦੋਂ ਕੋਈ ਵਰਕ ਪਰਮਿਟ ਚਾਹੁੰਦਾ ਆ, ਓਪਨ ਆ ਜਾਂ ਉਹ ਕਲੋਜ਼ ਆ ਜਾਂ LMI ਲੈਣੀ ਆ? ਕਿਹੜੀਆਂ ਗੱਲਾਂ ਖਾਸ ਆ ਜਿਹਨਾਂ ਤੇ ਧਿਆਨ ਦੇਣਾ ਚਾਹੀਦਾ? ਕਿਉਂਕਿ ਲੋਕਾਂ ਦੀ ਫਾਈਲਾਂ ਦੇ ਵਿੱਚ ਗੜਬੜੀ ਬੜੀ ਹੋ ਰਹੀ ਹੈਗੀ ਆ ਔਰ ਬਹੁਤ ਕੁਝ ਹੋ ਰਿਹਾ ਆਲੇ ਦੁਆਲੇ, ਤੇ ਲੋਕੀ ਜਾਣਨਾ ਚਾਹੁੰਦੇ ਆ ਕਿ ਕਿਹੜੀਆਂ ਗੱਲਾਂ ਕਾਮਨ ਆ ਜਿਹੜੀਆਂ ਉਹਨਾਂ ਨੂੰ ਜਾਣਨੀਆਂ ਚਾਹੀਦੀਆਂ। ਸਭ ਤੋਂ ਪਹਿਲੇ ਤਾਂ ਪ੍ਰੋਫਾਈਲ, ਜਿਸ ਫੀਲਡ ਲਈ ਤੁਸੀਂ ਵਰਕ ਪਰਮਿਟ ਲੈ ਰਹੇ ਹੋ, ਪ੍ਰੋਫਾਈਲ ਤੁਹਾਡਾ ਉਹਦੇ ਵਿੱਚ ਮੈਚ ਕਰਨਾ ਚਾਹੀਦਾ ਸਭ ਤੋਂ ਪਹਿਲੇ। ਉਸ ਤੋਂ ਬਾਅਦ IELTS ਦੀ ਰਿਕੁਆਇਰਮੈਂਟ ਜ਼ਿਆਦਾਤਰ ਤੁਹਾਨੂੰ ਦੱਸਿਆ, ਜਿਵੇਂ CLB 5 ਦੀ ਰਿਕੁਆਇਰਮੈਂਟ ਹੁੰਦੀ ਹੈ ਇਹਦੇ 'ਚ ਵਰਕ ਪਰਮਿਟ ਵਾਸਤੇ। ਤੇ ਉਸ ਤੋਂ ਇਲਾਵਾ ਫਿਰ ਕੰਪਨੀ ਦਾ ਵੀ ਪਤਾ ਹੋਣਾ ਚਾਹੀਦਾ ਕਿ ਕਿਹੜੀ ਕੰਪਨੀ 'ਚ ਜੁਆਇਨ ਕਰ ਰਹੇ, ਉਹਨਾਂ ਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਤੇ ਉਸੇ ਕੰਪਨੀ ਵਿੱਚ ਹੀ ਉਹ ਕੰਮ ਕਰ ਸਕਦੇ। ਉਸ ਤੋਂ ਇਲਾਵਾ ਹੋਰ ਕਿਧਰ ਕੰਮ ਨਹੀਂ ਕਰ ਸਕਦੇ ਉਹ, ਕਿਉਂਕਿ ਇਹ ਕਲੋਜ਼ ਵਰਕ ਪਰਮਿਟ ਹੁੰਦਾ। ਕੁਝ ਚੀਜ਼ਾਂ 'ਚ ਆਕੂਪੇਸ਼ਨ ਰਿਸਟ੍ਰਿਕਟਡ ਵਰਕ ਪਰਮਿਟ ਹੁੰਦਾ, ਜਿਵੇਂ ਨੈਨੀ, ਪਹਿਲੇ ਉਹਨੂੰ ਨੈਨੀ ਕਹਿੰਦੇ ਸੀ, ਅੱਜ ਕੱਲ੍ਹ ਹੋਮ ਚਾਈਲਡ ਕੇਅਰ ਪ੍ਰੋਗਰਾਮ ਕਹਿੰਦੇ ਜਾਂ ਹੋਮ ਸਪੋਰਟ ਵਰਕਰ। ਉਹਨਾਂ 'ਚੋਂ EMPLOYER ਵੀ ਚੇਂਜ ਕਰ ਸਕਦੇ, ਪਰ ਉਹਨਾਂ ਨੂੰ ਰਹਿਣਾ ਉਸੇ ਫੀਲਡ 'ਚ ਪੈਂਦਾ, ਆਪਣੀ ਫੀਲਡ 'ਚ ਸਿਰਫ ਉਹ ਕੰਮ ਕਰ ਸਕਦੇ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਇਮੀਗ੍ਰੇਸ਼ਨ ਆਫਿਸਰਸ ਆ, ਬਹੁਤ ਆਲੇ ਦੁਆਲੇ ਸਾਡੇ ਲੋਕੀ ਕੰਸਲਟੈਂਟ ਸਲਾਹਾਂ ਦੇ ਰਹੇ, ਕੰਮ ਕਰ ਰਹੇ ਹੈਗੇ ਆ, ਤੇ ਕੈਪਲਿਨ ਤੇ ਹੀ ਆਉਣੇ ਕਿਉਂ ਲੋਕੀ ਆਉਣ, ਤੁਹਾਡੇ ਕੋਲ ਹੀ ਕਿਉਂ ਆਉਣ? ਅਸੀਂ ਇੱਕ ਤਾਂ ਸ਼ੁਰੂ ਤੋਂ ਆਪਣੀ ਪ੍ਰੋਫੈਸ਼ਨਲ ਅਪਰੋਚ ਰੱਖੀ, ਸੋਚਿਆ ਜੈਨੂਇਨ ਤੇ ਟਰਸਟਵਰਦੀ ਐਡਵਾਈਸ ਦੇਣਾ ਚਾਹੁੰਦੇ ਹਾਂ। ਅਸੀਂ 3 ਕੰਸਲਟੈਂਟ ਹੈਗੇ ਆ ਇਸ ਟੀਮ ਦੇ, ਸਾਰੇ ਪ੍ਰੋਫੈਸ਼ਨਲ ਬੈਕਗਰਾਊਂਡ ਵੀ ਸਾਰਿਆਂ ਦੇ ਪ੍ਰੋਫੈਸ਼ਨਲ, ਤੇ ਅਸੀਂ ਇਸ ਕਰਕੇ ਥੋੜ੍ਹਾ ਜੈਨੂਇਨ ਕੰਮ ਕਰਦੇ ਹਾਂ। ਅਕਸਰ ਲੋਕੀ ਡਰ ਜਾਂਦੇ ਆ ਕਿ ਫੀਸ ਬਹੁਤ ਵੱਡੀ ਲੈਂਦੇ ਆ ਕੰਸਲਟੈਂਟ, ਤੇ ਜਾਂ ਪੈਸਾ ਵੀ ਅਸੀਂ ਫੀਸ ਲਾ ਦਿੱਤੀ ਆ, ਸਾਡਾ ਕੰਮ ਬਣਨਾ ਜਾਂ ਨਹੀਂ ਬਣਨਾ, ਪਤਾ ਨਹੀਂ ਕੋਈ ਕੰਪਲਿਕੇਸ਼ਨਸ ਆਉਣੀਆਂ। ਸੋ ਤੁਹਾਡੀ ਫਰਮ ਸ਼ੁਰੂ ਤੋਂ ਲੈ ਕੇ ਐਂਡ ਤੱਕ PR ਤੱਕ ਉਹਨਾਂ ਦੇ ਨਾਲ ਜੁੜ ਕੇ ਰਹਿੰਦੀ ਹੈਗੀ ਆ ਔਰ ਉਹਨਾਂ ਨੂੰ ਟਾਈਮ ਟੂ ਟਾਈਮ ਗਾਈਡ ਕਰਦੇ ਰਹਿੰਦੇ ਹੈਗੇ ਆ।
ਹਾਂਜੀ ਉਹਨਾਂ ਨੂੰ ਪੂਰੀ ਸਪੋਰਟ ਤੇ ਉਹਨਾਂ ਨੂੰ ਜੋ ਵੀ ਰਿਕੁਆਇਰਮੈਂਟ ਹੈ, ਜੋ ਗਾਈਡਲਾਈਨ ਜਾਂ ਚੇਂਜ ਵੀ, ਕਿਉਂਕਿ ਇਮੀਗ੍ਰੇਸ਼ਨ ਚੇਂਜਸ ਬਹੁਤ ਜ਼ਿਆਦਾ ਹੁੰਦੀਆਂ, ਤੇ ਅਸੀਂ ਰੈਗੂਲਰ ਅਪਡੇਟਡ ਰੱਖਦੇ ਹਾਂ ਆਪਣੇ ਕਲਾਇੰਟਸ ਨੂੰ। ਸੋ ਫੀਸ ਬੜੀ ਜੈਨੂਅਨ ਹੈ। ਹਾਂਜੀ ਫੀਸ ਅਸੀਂ ਜਨਰਲ ਰੱਖੀ ਹੋਈ। ਥੈਂਕ ਯੂ ਵੈਰੀ ਮੱਚ। ਅਕਸਰ ਸਾਡਾ ਇਹੀ ਹੁੰਦਾ ਆ ਵੇ ਟੂ ਗੋ ਦੇ ਵਿੱਚ ਕਿ ਅਸੀਂ ਇਨਫੋਰਮੇਸ਼ਨ ਪੂਰੀ ਦੇ ਸਕੀਏ ਤੇ ਦੱਸ ਸਕੀਏ ਕਿ ਕਿੱਥੋਂ ਸਹੀ ਸਲਾਹ ਲੈ ਸਕਦੇ ਆ, ਕਿਉਂਕਿ ਇੱਕ ਸਾਡੇ ਸਿਰ 'ਤੇ ਵੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਕਿਸੇ ਨੂੰ ਕੁਝ ਦੱਸ ਰਹੇ ਹੈਗੇ ਆ। ਸੋ ਅਸੀਂ ਕੋਸ਼ਿਸ਼ ਸਾਡੀ ਇਹੀ ਹੁੰਦੀ ਆ ਸਾਂਝੇ ਦੀ ਕਿ ਅਸੀਂ ਉਹਨਾਂ ਪ੍ਰੋਫੈਸ਼ਨਲਸ ਨੂੰ ਲਿਆ ਕੇ ਹੀ ਗੱਲ ਕਰੀਏ ਜਿਹੜੇ ਵਾਕਿਆ ਹੀ ਸਹੀ ਸਲਾਹ ਦਿੰਦੇ ਨੇ। ਸੋ ਤੁਹਾਡੀ ਜਦੋਂ ਅਸੀਂ ਗੱਲ ਕਰਦੇ ਹਾਂ ਫਰਮ ਦੀ, ਤੇ ਚਰਨਜੀਤ ਸਿੰਘ ਕਾਲੜਾ ਜੀ ਬਹੁਤ ਬਹੁਤ ਧੰਨਵਾਦ, ਔਰ ਤੁਸੀਂ ਆ ਕੇ ਇੰਨੀ ਵਧੀਆ ਇਨਫੋਰਮੇਸ਼ਨ ਸਾਂਝੀ ਕੀਤੀ, ਕਿਉਂਕਿ ਵਰਕ ਪਰਮਿਟ ਤੇ LMI ਦਾ ਕਈਆਂ ਲੋਕਾਂ ਨੂੰ ਸਵਾਲ ਬੜੇ ਹੁੰਦੇ ਆ, ਪਰ ਤੁਸੀਂ ਅੱਜ ਬੜਾ ਕਲੀਅਰਲੀ ਜਿਹੜੇ ਸਾਰੇ ਦੱਸੇ ਹੈਗੇ ਆ। ਸੋ ਥੈਂਕ ਯੂ ਫॉर ਯੋਰ ਟਾਈਮ, ਤੇ ਫਿਰ ਮਿਲਾਂਗੇ ਜੀ। ਥੈਂਕ ਯੂ ਜੀ। ਜਦੋਂ ਇਮੀਗ੍ਰੇਸ਼ਨ ਦੀ ਗੱਲ ਹੁੰਦੀ ਹੈ ਤੇ ਅਸੀਂ ਫਾਈਲ ਲਾਉਂਦੇ ਆ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਾਡਾ ਜਿਹੜਾ ਜ਼ਰੂਰਤ ਆ, ਅਸੀਂ ਵਿਜ਼ਿਟਰ ਆ ਰਹੇ ਆ ਜਾਂ ਅਸੀਂ ਵਰਕ ਪਰਮਿਟ ਲਈ ਆ ਰਹੇ ਆ, LMI ਕਿਸੇ ਤੋਂ ਲੈਣੀ ਆ, ਸੋ ਹਰ ਇੱਕ ਨਿੱਕੀ ਤੋਂ ਨਿੱਕੀ ਗੱਲ ਜਾਣਨੀ ਤੁਹਾਡੇ ਆਪਣੇ ਰਾਈਟਸ ਆ। ਤੁਸੀਂ ਕਿਸੇ ਕੰਸਲਟੈਂਟ ਦੇ ਨਾਲ ਵੀ ਕੰਸਲਟ ਕਰਦੇ ਹੋ, ਉਸ ਦੇ ਨਾਲ ਤੁਸੀਂ ਸਲਾਹ ਮਸ਼ਵਰਾ ਕਰਦੇ ਹੋ, ਤੁਸੀਂ ਉਸ ਨੂੰ ਹਰ ਇੱਕ ਸਵਾਲ ਪੁੱਛਣਾ ਤੁਹਾਡਾ ਰਾਈਟ ਆ, ਕਿਉਂਕਿ ਤੁਸੀਂ ਫੀਸਾਂ ਦੇਣੀਆਂ, ਫੀਸ ਲਾਉਣੀ ਆ, ਤੇ ਤੁਸੀਂ ਇਹਨਾਂ ਮੁਲਕਾਂ 'ਚ ਆਉਣਾ ਆ। ਤੁਹਾਡੀ ਦਿੱਤੀ ਇੱਕ ਵੀ ਗਲਤ ਇਨਫੋਰਮੇਸ਼ਨ ਤੁਹਾਡੀ ਜ਼ਿੰਦਗੀ ਖਰਾਬ ਵੀ ਕਰ ਸਕਦੀ ਹੈ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਲਿਆ ਕੇ ਹੀ ਇਮੀਗ੍ਰੇਸ਼ਨ ਦੇ ਮੈਟਰ ਡਿਸਕਸ ਕਰਦੇ ਹਾਂ ਜਿਨ੍ਹਾਂ ਤੇ ਸਾਨੂੰ ਖੁਦ ਨੂੰ ਵੀ ਭਰੋਸਾ ਹੁੰਦਾ ਕਿ ਇੱਥੋਂ ਤੁਹਾਨੂੰ ਸਹੀ ਜਾਣਕਾਰੀ ਹੀ ਮਿਲੇਗੀ। ਸੋ ਚਰਨਜੀਤ ਸਿੰਘ ਕਾਲੜਾ ਹੋਣਾ ਦਾ ਐਕਸਪੀਰੀਅੰਸ ਆ, ਬੜੇ ਲੰਬੇ ਸਮੇਂ ਦਾ ਇਹਨਾਂ ਦਾ ਤਜਰਬਾ ਆ, ਔਰ ਵਧੀਆ ਤੁਹਾਨੂੰ ਸਲਾਹ ਮਸ਼ਵਰਾ ਦੇਣਗੇ। ਕੋਈ ਵੀ ਤੁਹਾਨੂੰ ਚਾਹੀਦਾ ਹੋਵੇ ਇਹਨਾਂ ਦਾ ਸਲਾਹ ਮਸ਼ਵਰਾ, ਤੁਸੀਂ ਇਹਨਾਂ ਨੂੰ ਫੋਨ ਤੇ ਕੰਟੈਕਟ ਕਰ ਸਕਦੇ ਹੋ। ਵੇ ਟੂ ਗੋ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਆ ਤੁਹਾਡੀ ਹੈਲਪ ਕਰਨ ਦੀ। ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਜਾਂ ਕੋਈ ਵੀ ਹੋਵੇ, ਤੁਹਾਨੂੰ ਉਸ ਦੀ ਨੌਲੇਜ ਪੂਰੀ ਦੇਣ ਦੀ। ਅਗਲੀ ਵਾਰ ਫਿਰ ਕਿਸੇ ਸ਼ਖਸੀਅਤ ਨਾਲ ਹਾਜ਼ਰ ਹੋਵਾਂਗੇ। ਤੁਸੀਂ ਰੱਖਿਓ ਖਿਆਲ। ਦੇਖ ਰਹੇ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।